ਮੇਰੇ ਵਿਆਹ ਨੂੰ 3 ਮਹੀਨੇ ਹੀ ਹੋਏ ਸਨ। ਮੇਰੇ ਸਹੁਰੇ ਘਰ ਵਿੱਚ ਮੇਰਾ ਸਹੁਰਾ ਅਤੇ ਮੇਰਾ ਪਤੀ ਰਮਨ ਰਹਿੰਦੇ ਸਨ। ਮੇਰੀ ਸੱਸ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਮੇਰਾ ਸਹੁਰਾ ਬਹੁਤ ਚੰਗਾ ਇਨਸਾਨ ਸੀ, ਮੈਨੂੰ ਬਿਲਕੁਲ ਆਪਣੀ ਧੀ ਵਾਂਗ ਪਿਆਰ ਕਰਦਾ ਸੀ। ਇੱਕ ਵਾਰ ਸਾਡੇ ਦਰਵਾਜ਼ੇ ਤੇ ਦਸਤਕ ਹੋਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਤੇ ਇੱਕ 17-18 ਸਾਲ ਦੀ ਕੁੜੀ ਖੜੀ ਸੀ। ਕੁਝ ਖਾਣ ਨੂੰ ਮੰਗ ਰਹੀ ਸੀ। ਮੈਂ ਉਸਦੀ ਹਥੇਲੀ ਤੇ ਕੁਝ ਪੈਸੇ ਰੱਖ ਦਿੱਤੇ। ਉਹ ਨਮ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਮੇਰੇ ਦਰਵਾਜ਼ੇ ਤੇ ਖੜੀ ਰਹੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਪੁੱਛਿਆ, ਕੀ ਹੋਇਆ? ਤੁਹਾਨੂੰ ਹੋਰ ਪੈਸੇ ਚਾਹੀਦੇ ਹਨ? ਉਸਨੇ ਨਾ ਵਿੱਚ ਸਿਰ ਹਿਲਾਇਆ। ਉਹ ਅਜੇ ਵੀ ਦਰਵਾਜ਼ੇ ਤੇ ਖੜੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੁੜੀ ਕੀ ਚਾਹੁੰਦੀ ਹੈ। ਮੈਂ ਉਸਨੂੰ ਪੁੱਛਿਆ, ਤੈਨੂੰ ਕੀ ਚਾਹੀਦਾ ਹੈ? ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ। ਕਹਿਣ ਲੱਗੀ, ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਮੈਨੂੰ ਇਸ ਘਰ ਵਿੱਚ ਰਹਿਣ ਲਈ ਥੋੜੀ ਜਿਹੀ ਜਗ੍ਹਾ ਦੇ ਦਿਓ। ਮੈਂ ਉਸ ਕੁੜੀ ਦੀ ਗੱਲ ਸੁਣ ਕੇ ਘਬਰਾ ਗਈ। ਮੈਂ ਇੱਕ ਅਣਜਾਣ ਨੌਜਵਾਨ ਕੁੜੀ ਨੂੰ ਆਪਣੇ ਘਰ ਵਿੱਚ ਰਹਿਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਹਾਂ? ਮੈਂ ਇਸੇ ਸੋਚ ਵਿੱਚ ਡੁੱਬੀ ਸੀ ਕਿ ਉਦੋਂ ਹੀ ਮੇਰੇ ਸਹੁਰੇ ਦੀ ਆਵਾਜ਼ ਆਈ, ਨੂੰ ਦਰਵਾਜ਼ੇ ਤੇ ਕੌਣ ਹੈ? ਇਹ ਪੁੱਛਦੇ ਹੋਏ ਮੇਰਾ ਸਹੁਰਾ ਦਰਵਾਜ਼ੇ ਤੇ ਆ ਗਿਆ। ਮੈਂ ਕਿਹਾ, ਪਿਤਾ ਜੀ, ਪਤਾ ਨਹੀਂ ਇਹ ਬੇਸਹਾਰਾ ਕੁੜੀ ਕੌਣ ਹੈ। ਇਹ ਮਦਦ ਮੰਗ ਰਹੀ ਹੈ ਅਤੇ ਇੱਥੇ ਹੀ ਰਹਿਣ ਲਈ ਕਹਿ ਰਹੀ ਹੈ। ਮੇਰੀ ਗੱਲ ਸੁਣੋ, ਤੁਸੀਂ ਇਸ ਨੂੰ ਆਪਣੇ ਘਰ ਵਿੱਚ ਕੰਮ ਵਾਲੀ ਰੱਖ ਲਓ। ਤੁਸੀਂ ਵੀ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ ਹੋ। ਮਦਦ ਕਰਨ ਵਾਲਾ ਵੀ ਕੋਈ ਹੋ ਜਾਵੇਗਾ ਅਤੇ ਉਸ ਗਰੀਬ ਨੂੰ ਵੀ ਸਹਾਰਾ ਮਿਲ ਜਾਵੇਗਾ। ਮੇਰੇ ਸਹੁਰੇ ਦੇ ਕਹਿਣ ਤੇ ਮੈਂ ਹਾਂ ਵਿੱਚ ਹਾਂ ਮਿਲਾ ਦਿੱਤੀ ਅਤੇ ਫਿਰ ਮੈਂ ਕਿਉਂ ਆਪਣੇ ਸਹੁਰੇ ਸਾਹਮਣੇ ਜ਼ਬਾਨ ਚਲਾਉਂਦੀ ਅਤੇ ਆਪਣੇ ਸਹੁਰੇ ਨੂੰ ਕਹਿੰਦੀ ਕਿ ਪਿਤਾ ਜੀ, ਇਹ ਗਲਤ ਹੈ। ਇਸ ਤਰ੍ਹਾਂ ਅਸੀਂ ਕਿਸੇ ਅਜਨਬੀ ਨੂੰ ਆਪਣੇ ਘਰ ਨਹੀਂ ਰੱਖ ਸਕਦੇ। ਪਰ ਮੈਂ ਆਪਣੇ ਸਹੁਰੇ ਦੀ ਗੱਲ ਮੰਨ ਲਈ। ਪਰ ਵਾਰ-ਵਾਰ ਇਹ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਰਹਿੰਦੀ ਕਿ ਮੇਰਾ ਸਹੁਰਾ ਵੀ ਅਜੀਬ ਹੈ। ਜਦੋਂ ਇੱਕ ਕੁੜੀ ਭੀਖ ਮੰਗਣ ਆਈ ਅਤੇ ਰਹਿਣ ਲਈ ਛੱਤ ਮੰਗੀ ਤਾਂ ਮੇਰੇ ਸਹੁਰੇ ਨੇ ਤੁਰੰਤ ਹਾਮੀ ਭਰ ਦਿੱਤੀ। ਉਹ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰਦੇ ਸੀ। ਮੈਂ ਜੋ ਵੀ ਕੰਮ ਆਖਦੀ ਉਹ ਤੁਰੰਤ ਕਰ ਦਿੰਦੇ ਸੀ। ਮੈਂ ਜੋ ਵੀ ਖਾਣਾ ਦਿੰਦੀ ਉਹ ਖਾ ਲੈਂਦੀ। ਬਸ ਹਮੇਸ਼ਾ ਚੁੱਪ ਰਹਿੰਦੀ। ਮੈਂ ਉਸ ਦੀਆਂ ਅੱਖਾਂ ਵਿੱਚ ਚੁੱਪ ਅਤੇ ਡਰ ਮਹਿਸੂਸ ਕਰ ਸਕਦੀ ਸੀ। ਪਰ ਮੈਨੂੰ ਸਭ ਤੋਂ ਅਜੀਬ ਗੱਲ ਇਹ ਮਹਿਸੂਸ ਹੋਈ ਕਿ ਜਦੋਂ ਤੋਂ ਉਹ ਕੁੜੀ ਆਈ ਸੀ, ਮੇਰਾ ਸਹੁਰਾ ਆਪਣੇ ਸਾਰੇ ਕੰਮ ਉਸ ਕੁੜੀ ਤੋਂ ਹੀ ਕਰਵਾਉਂਦੇ ਸਨ। ਜੇਕਰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਕੁੜੀ ਨੂੰ ਆਪਣੇ ਕਮਰੇ ਵਿੱਚ ਬੁਲਾਉਣ ਦੇ ਬਹਾਨੇ ਲੱਭਦੇ ਰਹਿੰਦੇ ਸਨ ਅਤੇ ਰਾਤ ਹੁੰਦੇ ਹੀ ਮੇਰਾ ਸਹੁਰਾ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦਾ ਤੇ ਕਹਿੰਦਾ, ਮੇਰੇ ਪੈਰ ਦੁਖ ਰਹੇ ਹਨ, ਥੋੜੀ ਜਿਹੀ ਮਸਾਜ ਕਰੋ। ਅਤੇ ਜਦੋਂ ਅਮਨ ਤੇਲ ਦੀ ਕਟੋਰੀ ਲੈ ਕੇ ਮਾਲਸ਼ ਕਰਨ ਜਾਂਦੀ ਤਾਂ ਕਈ ਘੰਟੇ ਮੇਰੇ ਸਹੁਰੇ ਦੇ ਕਮਰੇ ਵਿੱਚ ਬਿਤਾਉਂਦੀ ਅਤੇ ਜਦੋਂ ਉਹ ਬਾਹਰ ਆਉਂਦੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ। ਉਸ ਦਾ ਹੁਲੀਆ ਵੀ ਵਿਗੜਿਆ ਹੋਇਆ ਹੁੰਦਾ। ਮੈਨੂੰ ਬਹੁਤ ਅਜੀਬ ਲੱਗਦਾ ਸੀ। ਕਈ ਵਾਰ ਜਦੋਂ ਮੈਂ ਦਰਵਾਜ਼ੇ ਸਾਹਮਣੇ ਲੰਘਦੀ ਤਾਂ ਕੁਝ ਅਜਿਹੀਆਂ ਆਵਾਜ਼ਾਂ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਮੇਰੇ ਦਿਮਾਗ ਵਿੱਚ ਗਲਤ ਗੱਲਾਂ ਆਉਂਦੀਆਂ। ਇੱਕ ਦਿਨ ਮੈਂ ਰਸੋਈ ਵਿੱਚ ਸਬਜ਼ੀ ਬਣਾ ਰਹੀ ਸੀ। ਸੁਮਨ ਭਾਂਡੇ ਧੋ ਰਹੀ ਸੀ ਤਾਂ ਮੇਰਾ ਸਹੁਰਾ ਕਹਿਣ ਲੱਗਾ, ਨੂੰ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ, ਤੂੰ ਅਜਿਹਾ ਕਰ, ਬਾਕੀ ਬੱਚੇ ਭਾਂਡੇ ਆਪ ਹੀ ਸਾਫ਼ ਕਰ ਲੈ ਤੇ ਅਮਨ ਨੂੰ ਮੇਰੇ ਕਮਰੇ ਵਿੱਚ ਭੇਜ ਦੇ, ਉਹ ਮੇਰੇ ਪੈਰਾਂ ਦੀ ਮਾਲਿਸ਼ ਕਰ ਦੇਵੇਗੀ। ਅਮਨ ਨੇ ਅਜੇ ਤੱਕ ਮੇਰੇ ਸਹੁਰੇ ਨੂੰ ਨਹੀਂ ਦੇਖਿਆ ਸੀ। ਉਹ ਭਾਂਡੇ ਸਾਫ਼ ਕਰਨ ਵਿੱਚ ਰੁੱਝੀ ਹੋਈ ਸੀ। ਮੈਂ ਹਾਂ ਵਿੱਚ ਸਿਰ ਹਿਲਾਇਆ। ਮੇਰਾ ਸਹੁਰਾ ਚਲਾ ਗਿਆ। ਮੈਂ ਅਮਨ ਨੂੰ ਬੁਲਾਇਆ, ਅਮਨ, ਪਾਪਾ ਜੀ ਤੈਨੂੰ ਬੁਲਾ ਰਹੇ ਹਨ, ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਨ ਲਈ। ਮੇਰੀ ਗੱਲ ਸੁਣ ਕੇ ਅਮਨ ਝੱਟ ਚਲੀ ਗਈ। ਮੈਨੂੰ ਅਹਿਸਾਸ ਹੋਇਆ ਕਿ ਅਮਨ ਹਮੇਸ਼ਾ ਡਰੀ ਡਰੀ ਰਹਿੰਦੀ ਹੈ। ਉਦੋਂ ਹੀ ਮੈਂ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਦੇਖਿਆ। ਉਸਨੇ ਜਲਦੀ ਆਪਣੇ ਹੱਥ ਸਾਫ਼ ਕੀਤੇ, ਕਟੋਰੇ ਵਿੱਚ ਤੇਲ ਪਾਇਆ ਅਤੇ ਮੇਰੇ ਤੋਂ ਅੱਖਾਂ ਚੁਰਾਉਂਦੀ ਹੋਈ ਚਲੀ ਗਈ। ਮੈਂ ਸਮਝ ਨਹੀਂ ਸਕੀ ਇਹ ਸਭ ਕੀ ਹੈ। ਇਸ ਤੋਂ ਬਾਅਦ ਮੈਂ ਕੱਪ ਵਿੱਚ ਚਾਹ ਪਾਈ ਅਤੇ ਆਪਣੇ ਕਮਰੇ ਵਿੱਚ ਆ ਗਈ, ਜਿੱਥੇ ਮੇਰਾ ਪਤੀ ਰਮਨ ਮੰਜੇ ਤੇ ਬੈਠਾ ਕੋਈ ਦਫ਼ਤਰੀ ਕੰਮ ਕਰ ਰਿਹਾ ਸੀ। ਮੈਂ ਚਾਹ ਉਸਦੇ ਅੱਗੇ ਰੱਖ ਕੇ ਚੁੱਪਚਾਪ ਬੈਠ ਗਈ। ਮੈਨੂੰ ਚੁੱਪ ਬੈਠੀ ਦੇਖ ਕੇ ਰਮਨ ਬੋਲਿਆ, ਕੀ ਗੱਲ ਹੈ, ਕੀ ਸੋਚ ਰਹੀ ਹੈ? ਰਮਨ ਦੀ ਗੱਲ ਸੁਣ ਕੇ ਮੈਂ ਝੱਟ ਰਮਨ ਨੂੰ ਕਿਹਾ, ਇਹ ਕੁੜੀ ਅਮਨ ਮੈਨੂੰ ਬਹੁਤ ਅਜੀਬ ਲੱਗ ਰਹੀ ਹੈ। ਰਮਨ, ਤੁਸੀਂ ਆਪ ਹੀ ਸੋਚੋਗੇ, ਇੱਕ ਇਕੱਲੀ ਮੁਟਿਆਰ ਕੁੜੀ
ਇੱਥੇ ਕੀ ਕਰ ਰਹੀ ਹੈ? ਉਸਦੇ ਅੱਗੇ ਪਿੱਛੇ ਉਸਦਾ ਆਪਣਾ ਕੋਈ ਨਹੀਂ ਹੈ ਜੋ ਉਸਨੂੰ ਥੋੜਾ ਜਿਹਾ ਸਹਾਰਾ ਦੇ ਸਕੇ। ਰਮਨ, ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ ਅਤੇ ਰਮਨ, ਮੈਨੂੰ ਅਮਨ ਦੀ ਅੱਖਾਂ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ ਹੈ। ਅਤੇ ਫਿਰ ਪਾਪਾ ਜੀ ਵੀ ਆਪਣੇ ਸਾਰੇ ਕੰਮ ਅਮਨ ਤੋਂ ਕਿੰਨੇ ਅਧਿਕਾਰ ਨਾਲ ਕਰਵਾਉਂਦੇ ਹਨ, ਜਿਵੇਂ ਉਹ ਉਹਨਾਂ ਦੀ। ਮੈਂ ਆਖਰੀ ਗੱਲ ਅਧੂਰੀ ਛੱਡ ਦਿੱਤੀ। ਮੈਂ ਸੋਚਿਆ ਕਿ ਰਮਨ ਨੂੰ ਸ਼ਾਇਦ ਬੁਰਾ ਨਾ ਲੱਗੇ। ਆਪਣੀ ਗੱਲ ਜਾਰੀ ਰੱਖਦੇ ਹੋਏ ਮੈਂ ਫਿਰ ਕਿਹਾ, ਰਮਨ, ਉਸ ਕੁੜੀ ਦਾ ਰਵੱਈਆ ਮੇਰੇ ਲਈ ਬਹੁਤ ਅਜੀਬ ਹੈ। ਹਰ ਵਕਤ ਉਹ ਰੋਂਦੀ ਰੋਂਦੀ ਲੱਗਦੀ ਹੈ। ਜਦੋਂ ਵੀ ਆਵਾਜ਼ ਮਾਰਦੇ ਹਾਂ ਉਹ ਪੂਰੀ ਤਰ੍ਹਾਂ ਡਰ ਜਾਂਦੀ ਹੈ। ਰਮਨ, ਕਦੇ ਕਦੇ ਮੈਨੂੰ ਲੱਗਦਾ ਹੈ ਕਿ ਅਮਨ ਨੂੰ ਘਰ ਰੱਖੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ। ਪਤਾ ਨਹੀਂ ਕਿਉਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਸ ਘਰ ਵਿੱਚ ਅਮਨ ਨਾਲ ਕੁਝ ਗਲਤ ਹੋ ਰਿਹਾ ਹੈ। ਨਹੀਂ ਤਾਂ ਉਹ ਹਰ ਸਮੇਂ ਉਦਾਸ ਕਿਉਂ ਰਹਿੰਦੀ? ਉਸਨੂੰ ਖਾਣ ਲਈ 2 ਵਕਤ ਦੀ ਰੋਟੀ ਅਤੇ ਰਹਿਣ ਲਈ ਛੱਤ ਦੀ ਲੋੜ ਹੈ ਅਤੇ ਉਹ ਇਸ ਘਰ ਵਿੱਚ ਮਿਲ ਰਹੀ ਹੈ। ਫਿਰ ਵੀ ਉਹ ਇੰਨੀ ਉਦਾਸ ਕਿਉਂ ਹੈ? ਉਹ ਹਰ ਸਮੇਂ ਕਿਉਂ ਰੋਂਦੀ ਰਹਿੰਦੀ ਹੈ? ਅੱਜ ਮੈਂ ਆਪਣੇ ਦਿਲ ਦੀ ਸਾਰੀ ਗੱਲ ਰਮਨ ਦੇ ਸਾਹਮਣੇ ਖੋਲ ਦਿੱਤੀ ਸੀ। ਮੇਰੀ ਗੱਲ ਸੁਣ ਕੇ ਰਮਨ ਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ ਅਤੇ ਕਿਹਾ, ਆਰਤੀ, ਤੂੰ ਬਹੁਤ ਸੋਚਣ ਲੱਗ ਗਈ ਹੈ। ਜੇ ਉਸਨੂੰ ਕੋਈ ਦਰਦ ਹੁੰਦਾ ਤਾਂ ਉਹ ਸਾਡੇ ਘਰ ਨਾ ਰਹਿੰਦੀ। ਉਹ ਇੱਥੋਂ ਜਾ ਵੀ ਸਕਦੀ ਸੀ। ਅਤੇ ਤੂੰ ਆਖਦੀ ਹੈ ਕਿ ਉਸ ਕੋਲ ਆਪਣੀ ਕੋਈ ਜਗ੍ਹਾ ਹੈ। ਉਸ ਕੋਲ ਹੁੰਦੀ ਤਾਂ ਉਹ ਇੱਥੇ ਰਹਿਣ ਲਈ ਕਿਉਂ ਆਉਂਦੀ? ਯਕੀਨਨ ਇਸ ਦੁਨੀਆ ਵਿੱਚ ਉਸਦਾ ਕੋਈ ਨਹੀਂ ਹੈ, ਇਸ ਲਈ ਉਹ ਇੱਥੇ ਹੀ ਰਹਿ ਰਹੀ ਹੈ। ਅਤੇ ਕਿੰਨੀ ਚੰਗੀ ਕੁੜੀ ਹੈ। ਉਹ ਤੇਰੇ ਕੰਮ ਵਿੱਚ ਤੇਰੀ ਮਦਦ ਕਰਦੀ ਹੈ ਅਤੇ ਕਿਸੇ ਕੰਮ ਲਈ ਮਨਾ ਨਹੀਂ ਕਰਦੀ। ਮੈਂ ਤੇਰੀਆਂ ਸਾਰੀਆਂ ਗੱਲਾਂ ਸਵੀਕਾਰ ਕਰਦਾ ਹਾਂ। ਉਹ ਪਿਤਾ ਦੀ ਬਹੁਤ ਸੇਵਾ ਕਰਦੀ ਹੈ, ਇਸ ਲਈ ਤੁਸੀਂ ਵੀ ਇਸ ਕੰਮ ਤੋਂ ਮੁਕਤ ਹੋ ਗਈ ਹੋ। ਨਹੀਂ ਤਾਂ ਪਹਿਲਾਂ ਪਿਤਾ ਜੀ ਦੇ ਸਾਰੇ ਕੰਮ ਤੈਨੂੰ ਕਰਨੇ ਪੈਂਦੇ ਸੀ। ਇਹ ਕਹਿ ਕੇ ਰਮਨ ਆਪਣੇ ਲੈਪਟਾਪ ਵਿੱਚ ਰੁੱਝ ਗਿਆ। ਉਹ ਸ਼ਾਇਦ ਇਸ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਇਸ ਮਾਮਲੇ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਬਹੁਤ ਹਿੰਮਤ ਕੀਤੀ ਸੀ। ਮੈਂ ਇਹ ਸਭ ਰਮਨ ਨੂੰ ਆਖਦੀ ਅਤੇ ਅਜਿਹਾ ਨਾ ਹੋਏ ਕਿ ਰਮਨ ਨੂੰ ਆਪਣੇ ਪਿਤਾ ਲਈ ਬੁਰਾ ਲੱਗੇ। ਮੈਂ ਫਿਰ ਆਪਣੀ ਗੱਲ ਜਾਰੀ ਰੱਖੀ, ਰਮਨ, ਇਹ ਗੱਲ ਮੈਨੂੰ ਅਜੀਬ ਲੱਗਦੀ ਹੈ। ਪਹਿਲਾਂ ਪਿਤਾ ਜੀ ਸਾਰੇ ਕੰਮ ਮੇਰੇ ਤੋਂ ਕਰਵਾਉਂਦੇ ਸਨ, ਪਰ ਜਦੋਂ ਤੋਂ ਉਹ ਕੁੜੀ ਆਈ ਹੈ, ਪਾਪਾ ਕਹਿੰਦੇ ਹਨ ਕਿ ਮੇਰਾ ਸਾਰਾ ਕੰਮ ਅਮਨ ਕਰੇਗੀ। ਭਾਵੇਂ ਮੈਂ ਵੀ ਕਰ ਦਿੰਨੀ ਹਾਂ, ਪਰ ਉਹ ਮੈਨੂੰ ਫਿਰ ਵੀ ਇਨਕਾਰ ਕਰਦੇ ਹਨ। ਮੇਰੀ ਗੱਲ ਸੁਣ ਕੇ ਰਮਨ ਬੋਲੇ, ਆਰਤੀ, ਤੂੰ ਵੀ ਅਜੀਬ ਹੀ ਹੈ। ਪਹਿਲਾਂ ਜਦੋਂ ਤੂੰ ਪਿਤਾ ਜੀ ਦੇ ਕੰਮ ਕਰਦੀ ਸੀ ਤਾਂ ਕਹਿੰਦੀ ਸੀ ਕਿ ਘਰ ਵਿੱਚ ਬਹੁਤ ਕੰਮ ਹੈ, ਮੈਂ ਥੱਕ ਜਾਂਦੀ ਹਾਂ। ਅਤੇ ਹੁਣ ਜਦੋਂ ਪਿਤਾ ਜੀ ਨੇ ਆਪਣੇ ਲਈ ਕੰਮ ਵਾਲੀ ਰੱਖ ਲਈ ਹੈ ਤਾਂ ਫਿਰ ਵੀ ਤੈਨੂੰ ਸਮੱਸਿਆ ਹੈ ਕਿ ਪਿਤਾ ਜੀ ਉਸ ਕੁੜੀ ਤੋਂ ਸਾਰੇ ਕੰਮ ਕਿਉਂ ਕਰਵਾਉਂਦੇ ਹਨ। ਆਖਰ ਤੇਰੀ ਸਮੱਸਿਆ ਕੀ ਹੈ? ਰਮਨ ਨੇ ਇਸ ਵਾਰ ਮੈਨੂੰ ਥੋੜਾ ਝਿੜਕਦੇ ਹੋਏ ਕਿਹਾ। ਰਮਨ ਦਾ ਖਰਾਬ ਮੂਡ ਦੇਖ ਕੇ ਮੈਂ ਚੁੱਪ ਹੋ ਗਈ। ਮੈਂ ਰਮਨ ਨੂੰ ਇਹ ਨਹੀਂ ਦੱਸ ਸਕੀ ਕਿ ਮੈਨੂੰ ਪਾਪਾ ਜੀ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਕਿ ਉਹ ਰਾਤ ਨੂੰ ਅਮਨ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਆਪਣੇ ਪੈਰਾਂ ਦੀ ਮਾਲਿਸ਼ ਕਰਾਉਣ ਅਤੇ ਫਿਰ ਉਸ ਨੂੰ ਘੰਟਿਆਂ ਲਈ ਬਾਹਰ ਨਾ ਭੇਜੇ। ਮੈਂ ਸੋਚਿਆ ਜੇਕਰ ਮੈਂ ਇਹ ਗੱਲ ਰਮਨ ਨੂੰ ਦੱਸੀ ਤਾਂ ਰਮਨ ਨੂੰ ਬਹੁਤ ਗੁੱਸਾ ਆ ਜਾਵੇਗਾ ਅਤੇ ਉਹ ਕਹੇਗਾ ਕਿ ਤੂੰ ਮੇਰੇ ਪਿਤਾ ਤੇ ਸ਼ੱਕ ਕਰ ਰਹੀ ਹੈ। ਹਾਲਾਂਕਿ ਇਹ ਮਾਮਲਾ ਸੱਚੀ ਸੀ। 50 ਸਾਲ ਦੇ ਵਿਅਕਤੀ ਨੇ 17 ਸਾਲ ਦੀ ਕੁੜੀ ਨਾਲ 3 ਘੰਟੇ ਕਮਰੇ ਵਿੱਚ ਕੀ ਕੀਤਾ? ਇਹ ਸਵਾਲ ਮੇਰੇ ਮਨ ਨੂੰ ਪਰੇਸ਼ਾਨ ਕਰ ਰਹੇ ਸਨ। ਮੈਂ ਰਮਨ ਕੋਲੋਂ ਚਾਹ ਦਾ ਕੱਪ ਚੁੱਕਿਆ ਅਤੇ ਵਾਪਸ ਰਸੋਈ ਵਿੱਚ ਆ ਗਈ। ਮੈਂ ਚਾਹ ਵਾਲੇ ਭਾਂਡੇ ਧੋ ਰਹੀ ਸੀ। ਮੇਰੀ ਨਜ਼ਰ ਪਾਪਾ ਜੀ ਦੇ ਕਮਰੇ ਵੱਲ ਸੀ। ਮੈਂ ਅਮਨ ਦੀ ਉਡੀਕ ਕਰ ਰਹੀ ਸੀ ਕਿ ਉਹ ਕਦੋਂ ਬਾਹਰ ਆਵੇਗੀ। ਮੈਂ ਚਾਹ ਦੇ ਭਾਂਡੇ ਧੋਤੇ ਅਤੇ ਸਬਜ਼ੀ ਵੀ ਤਿਆਰ ਕਰ ਦਿੱਤੀ। ਬਸ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਸੀ ਕਿ ਮੈਂ ਅਮਨ ਨੂੰ ਪਿਤਾ ਜੀ ਦੇ ਕਮਰੇ ਵਿੱਚੋਂ ਬਾਹਰ ਨਿਕਲਦੇ ਦੇਖਿਆ। ਅਮਨ ਅੱਖਾਂ ਸਾਫ਼ ਕਰਦੀ ਹੋਈ ਪੌੜੀਆਂ ਵੱਲ ਜਾ ਰਹੀ ਸੀ। ਸ਼ਾਇਦ ਅਮਨ ਨੇ ਮੈਨੂੰ ਦੇਖਿਆ ਹੀ ਨਹੀਂ। ਮੇਰੇ ਮਨ ਵਿੱਚ ਪਿਤਾ ਜੀ ਲਈ ਫਿਰ ਤੋਂ ਗਲਤ ਵਿਚਾਰ ਆਉਣ ਲੱਗੇ ਕਿ ਉਹ ਮਾਸੂਮ ਬੱਚੀ ਨਾਲ ਕੁਝ ਗਲਤ ਕਰ ਰਹੇ ਹਨ। ਪਿਤਾ ਜੀ ਨੂੰ ਇਸ ਉਮਰ ਵਿੱਚ ਗਲਤ ਕੰਮ ਕਰਦੇ ਹੋਏ ਸ਼ਰਮ ਨਹੀਂ ਆਈ। ਇਹ ਸਾਰੀਆਂ ਗੱਲਾਂ ਮੈਨੂੰ ਮੇਰੇ ਸਹੁਰੇ ਦੇ ਵਿਰੁੱਧ ਕਰ ਰਹੀਆਂ ਸਨ। ਅਗਲੇ ਦਿਨ ਰੁਟੀਨ ਅਨੁਸਾਰ ਅਮਨ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ। ਮੈਂ ਨਾਸ਼ਤੇ ਦੀ ਮੇਜ਼ ਤੇ ਨਾਸ਼ਤਾ ਰੱਖ ਰਹੀ ਸੀ। ਜਦੋਂ ਨਾਸ਼ਤਾ ਤਿਆਰ ਹੋ ਗਿਆ ਤਾਂ ਮੈਂ, ਰਮਨ ਅਤੇ ਪਾਪਾ ਜੀ ਨਾਸ਼ਤਾ ਕਰਨ ਬੈਠ ਗਏ। ਅਮਨ ਰਸੋਈ ਦੇ ਕੋਨੇ ਵਿੱਚ ਡਰੀ ਹੋਈ ਖੜੀ ਸੀ।
ਮੈਨੂੰ ਉਸ ਤੇ ਤਰਸ ਆਇਆ। ਮੈਂ ਕਿਹਾ, ਅਮਨ ਤੂੰ ਵੀ ਆ ਜਾ, ਸਾਡੇ ਨਾਲ ਰਾਸਤਾ ਕਰ ਲੈ। ਪਹਿਲਾਂ ਤਾਂ ਉਸਨੇ ਇਨਕਾਰ ਕਰ ਦਿੱਤਾ, ਪਰ ਮੇਰੇ ਵਾਰ-ਵਾਰ ਕਹਿਣ ਤੇ ਉਹ ਨਾਸ਼ਤੇ ਦੀ ਮੇਜ਼ ਤੇ ਆ ਕੇ ਬੈਠ ਗਈ। ਉਹ ਡਰਦੀ ਹੋਈ ਨਾਸ਼ਤਾ ਕਰਨ ਲੱਗੀ। ਮੇਰੇ ਸਹੁਰੇ ਦੀ ਨਜ਼ਰ ਵਾਰ-ਵਾਰ ਅਮਨ ਵੱਲ ਜਾ ਰਹੀ ਸੀ। ਉਹ ਅਮਨ ਨੂੰ ਬੜੇ ਪਿਆਰ ਨਾਲ ਦੇਖ ਰਿਹਾ ਸੀ ਅਤੇ ਅੱਖਾਂ ਹੀ ਅੱਖਾਂ ਵਿੱਚ ਉਸ ਨੂੰ ਦਿਲਾਸੇ ਦੇ ਰਿਹਾ ਸੀ ਕਿ ਚਿੰਤਾ ਨਾ ਕਰੋ। ਤਾਂ ਮੈਂ ਸਮਝ ਗਈ ਸੀ ਕਿ ਪਿਤਾ ਦੀਆਂ ਅੱਖਾਂ ਵਿੱਚ ਅਮਨ ਲਈ ਜੋ ਪਿਆਰ ਸੀ ਉਹ ਪਿਓ ਧੀ ਵਾਲਾ ਤਾਂ ਬਿਲਕੁਲ ਨਹੀਂ ਸੀ। ਜਦੋਂ ਪਾਪਾ ਜੀ ਨਾਸ਼ਤਾ ਖਤਮ ਕਰਕੇ ਉੱਠਣ ਲੱਗੇ ਤਾਂ ਅਮਨ ਨੂੰ ਉੱਠਦੇ ਹੋਏ ਕਿਹਾ, ਜਦੋਂ ਤੁਸੀਂ ਨਾਸ਼ਤਾ ਖਤਮ ਕਰ ਲਿਆ ਤਾਂ ਚਾਹ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆ ਜਾਣਾ। ਜਦੋਂ ਪਿਤਾ ਜੀ ਨੇ ਇਹ ਕਿਹਾ ਤਾਂ ਅਮਨ ਨੇ ਝੱਟ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਡਰ ਉੱਭਰ ਆਇਆ ਸੀ ਅਤੇ ਇਸ ਘਬਰਾਹਟ ਵਿੱਚ ਗਰਮ ਚਾਹ ਉਸਨੇ ਆਪਣੇ ਹੱਥਾਂ ਤੇ ਪਾ ਲਈ। ਉਦੋਂ ਤੱਕ ਪਾਪਾ ਜੀ ਆਪਣੇ ਕਮਰੇ ਵਿੱਚ ਜਾ ਚੁੱਕੇ ਸਨ। ਮੈਂ ਝੱਟ ਅਮਨ ਦਾ ਹੱਥ ਫੜ ਲਿਆ ਅਤੇ ਅਮਨ ਨੂੰ ਪੁੱਛਿਆ ਕਿ ਤੂੰ ਕੀ ਕਰ ਰਹੀ ਹੈ? ਤੇਰਾ ਹੱਥ ਸੜ ਗਿਆ ਹੈ। ਚੰਗਾ ਤੂੰ ਖੜੀ ਹੋ, ਮੈਂ ਤੇਰੇ ਹੱਥਾਂ ਤੇ ਕਰੀਮ ਲਾ ਦਿੰਦੀ ਹਾਂ। ਅਮਨ ਦਾ ਹੱਥ ਲਾਲ ਹੋ ਗਿਆ ਸੀ। ਮੈਂ ਉਸਦੇ ਸੜੇ ਹੋਏ ਹੱਥ ਤੇ ਕਰੀਮ ਲਗਾ ਕੇ ਉਸ ਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ ਅਤੇ ਮੈਂ ਟੁੱਟੇ ਹੋਏ ਕੱਪ ਦੇ ਟੁਕੜੇ ਚੱਕ ਕੇ ਪਾਪਾ ਲਈ ਚਾਹ ਬਣਾਉਣ ਲੱਗ ਪਈ। ਚਾਹ ਲੈ ਕੇ ਮੈਂ ਪਾਪਾ ਜੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਪਾਪਾ ਜੀ ਕਹਿਣ ਲੱਗੇ, ਆਰਤੀ ਬੇਟਾ ਤੂੰ ਕਿਉਂ ਤੰਗ ਹੋ ਰਹੀ ਹੈ? ਤੂੰ ਅਮਨ ਨੂੰ ਮੇਰੇ ਕਮਰੇ ਵਿੱਚ ਭੇਜ ਦਿੰਦੀ, ਉਸ ਤੋਂ ਵੀ ਤਾਂ ਕੁਝ ਕੰਮ ਕਰਵਾਓ। ਮੈਂ ਕਿਹਾ, ਪਾਪਾ ਜੀ ਅਮਨ ਦਾ ਹੱਥ ਗਰਮ ਚਾਹ ਦੇ ਛਿੱਟੇ ਪੈਣ ਕਾਰਨ ਸੜ ਗਿਆ ਹੈ। ਮੈਂ ਕਰੀਮ ਲਗਾ ਦਿੱਤੀ ਹੈ, ਉਸ ਨੂੰ ਉਸਦੇ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ ਹੈ। ਮੈਨੂੰ ਅਹਿਸਾਸ ਹੋਇਆ ਕਿ ਪਾਪਾ ਜੀ ਹੱਥ ਜਲਣ ਵਾਲੀ ਗੱਲ ਤੋਂ ਪਰੇਸ਼ਾਨ ਹੋ ਗਏ ਸਨ। ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ, ਠੀਕ ਹੈ, ਜਦੋਂ ਉਹ ਹੇਠਾਂ ਆਵੇ ਤਾਂ ਮੇਰੇ ਕੋਲ ਭੇਜ ਦੇਣਾ। ਮੈਂ ਹਾਂ ਵਿੱਚ ਸਿਰ ਹਿਲਾਇਆ ਅਤੇ ਬਾਹਰ ਆ ਗਈ। ਮੈਂ ਬਾਹਰ ਆ ਕੇ ਦੇਖਿਆ ਕਿ ਅਮਨ ਰਸੋਈ ਵਿੱਚ ਬਰਤਨ ਧੋ ਰਹੀ ਸੀ। ਮੈਂ ਕਿਹਾ, ਕੀ ਕਰ ਰਹੀ ਹੈ? ਭਾਂਡੇ ਕਿਉਂ ਧੋ ਰਹੀ ਹੈ? ਤੇਰਾ ਤਾਂ ਹੱਥ ਮੱਚਿਆ ਹੋਇਆ ਹੈ। ਕੁਝ ਵੀ ਕਹੋ, ਮੈਨੂੰ ਉਸ ਕੁੜੀ ਨਾਲ ਪਿਆਰ ਸੀ। ਉਸ ਦੇ ਚਿਹਰੇ ਦੀ ਮਾਸੂਮੀਅਤ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਸਕਦਾ ਸੀ। ਅਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਮੇਰੇ ਲਈ ਇਨਸਾਨੀਅਤ ਸਭ ਤੋਂ ਪਹਿਲਾਂ ਸੀ। ਨਹੀਂ ਭੈਣ ਜੀ, ਮੈਂ ਕਰ ਲਵਾਂਗੀ, ਕਹਿ ਕੇ ਉਹ ਆਪਣਾ ਕੰਮ ਕਰਦੀ ਰਹੀ। ਮੈਂ ਕਿਹਾ, ਅਮਨ ਪਿਤਾ ਜੀ ਤੈਨੂੰ ਆਪਣੇ ਕਮਰੇ ਵਿੱਚ ਬੁਲਾ ਰਹੇ ਹਨ, ਸ਼ਾਇਦ ਕੋਈ ਕੰਮ ਹੋਵੇਗਾ। ਮੇਰੀ ਗੱਲ ਸੁਣ ਕੇ ਭਾਂਡੇ ਧੋਂਦਿਆਂ ਉਸਦੇ ਹੱਥ ਰੁਕ ਗਏ ਤੇ ਉਸਨੇ ਮੇਰੇ ਵੱਲ ਮੁੜ ਕੇ ਦੇਖਿਆ। ਫਿਰ ਕਿਹਾ, ਭੈਣ ਜੀ ਮੈਨੂੰ ਇਹ ਕੰਮ ਪੂਰਾ ਕਰ ਦਿਓ, ਮੈਂ ਫਿਰ ਚਲੀ ਜਾਵਾਂਗੀ। ਮੈਂ ਕਿਹਾ, ਜਿਵੇਂ ਤੇਰੀ ਮਰਜ਼ੀ। ਇੰਨੇ ਵਿੱਚ ਮੇਰੇ ਸਹੁਰੇ ਦੀ ਆਵਾਜ਼ ਆਈ, ਪੁੱਤ ਅਮਨ ਨੂੰ ਮੇਰੇ ਕਮਰੇ ਵਿੱਚ ਭੇਜ ਦੇ, ਮੈਨੂੰ ਇੱਕ ਜ਼ਰੂਰੀ ਕੰਮ ਹੈ। ਸ਼ਾਇਦ ਉਸਨੇ ਸਾਡੀ ਗੱਲ ਸੁਣ ਲਈ ਸੀ, ਕਿਉਂਕਿ ਉਹ ਰਸੋਈ ਦੇ ਦਰਵਾਜ਼ੇ ਤੇ ਹੀ ਖੜੇ ਸੀ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਅਮਨ ਹੱਥ ਪੁੱਜ ਕੇ ਮੇਰੇ ਸਹੁਰੇ ਦੇ ਮਗਰ ਤੁਰ ਪਈ। ਮੇਰੇ ਸਹੁਰੇ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇੰਨੇ ਕਿੰਨੇ ਕੁ ਕੰਮ ਹੁੰਦੇ ਨੇ ਉਹਨਾਂ ਨੂੰ ਸਾਰਾ ਦਿਨ। ਮੈਂ ਨੋਟ ਕੀਤਾ ਕਿ ਅਮਨ ਵੀ ਮੇਰੇ ਸਹੁਰੇ ਤੋਂ ਪਿੱਛਾ ਛੁਡਵਾਉਂਦੀ ਰਹਿੰਦੀ ਸੀ। ਮੇਰਾ ਸਹੁਰਾ ਵੀ ਉਸ ਨੂੰ ਆਪਣੇ ਕੰਮ ਵਿੱਚ ਉਲਝਾਈ ਰੱਖਦਾ ਸੀ। ਫਿਰ ਮੈਂ ਰਸੋਈ ਦੀ ਸਫਾਈ ਕਰਨ ਲੱਗ ਪਈ। ਅਮਨ ਇਸ ਵਾਰ ਵੀ ਕਾਫੀ ਦੇਰ ਬਾਅਦ ਮੇਰੇ ਸਹੁਰੇ ਦੇ ਕਮਰੇ ਤੋਂ ਬਾਹਰ ਆਈ ਸੀ। ਉਸ ਦੀਆਂ ਅੱਖਾਂ ਹਮੇਸ਼ਾ ਵਾਂਗ ਨਮ ਸਨ। ਮੈਂ ਬਾਹਰ ਵਿਹੜੇ ਵਿੱਚ ਮੰਜੇ ਤੇ ਬੈਠੀ ਸੀ। ਮੈਂ ਉਸ ਨੂੰ ਕਿਹਾ, ਅਮਨ ਇੱਥੇ ਆ। ਉਹ ਡਰਦੀ ਹੋਈ ਮੇਰੇ ਕੋਲ ਆ ਕੇ ਖੜੀ ਹੋ ਗਈ। ਮੈਂ ਕਿਹਾ, ਅਮਨ ਪਿਤਾ ਜੀ ਨੂੰ ਤੇਰੇ ਨਾਲ ਕੀ ਕੰਮ ਸੀ? ਅਮਨ ਨੇ ਕਿਹਾ, ਭੈਣ ਜੀ ਉਹਨਾਂ ਨੇ ਆਪਣੀ ਅਲਮਾਰੀ ਸਾਫ਼ ਕਰਵਾਉਣੀ ਸੀ। ਜਵਾਬ ਦੇ ਕੇ ਜਦੋਂ ਹੀ ਉਹ ਜਾਣ ਲੱਗੀ ਤਾਂ ਮੇਰੀ ਆਵਾਜ਼ ਨੇ ਉਸਦੇ ਕਦਮ ਰੋਕ ਲਏ। ਮੈਂ ਉਸ ਨੂੰ ਪੁੱਛਿਆ ਕਿ ਤੇਰੇ ਚਿਹਰੇ ਤੇ ਇਹ ਲਾਲ ਨਿਸ਼ਾਨ ਕਿਸ ਤਰ੍ਹਾਂ ਪਿਆ? ਉਹ ਕਹਿਣ ਲੱਗੀ, ਮੈਂ ਅਲਮਾਰੀ ਦੇ ਉੱਪਰੋਂ ਜਾਲੇ ਕੱਢ ਰਹੀ ਸੀ ਤਾਂ ਉੱਪਰੋਂ ਡਿੱਗ ਪਈ। ਉਸਨੇ ਘਬਰਾ ਕੇ ਜਵਾਬ ਦਿੱਤਾ। ਮੈਂ ਕਿਹਾ, ਚਲੋ ਠੀਕ ਹੈ, ਤੁਸੀਂ ਜਾਓ। ਭਾਵੇਂ ਉਸਦੇ ਜਵਾਬ ਤੋਂ ਮੈਨੂੰ ਤਸੱਲੀ ਨਹੀਂ ਮਿਲੀ ਸੀ, ਪਰ ਫਿਰ ਵੀ ਮੈਂ ਉਸ ਨੂੰ ਜਾਣ ਦਿੱਤਾ। ਉਹ ਦਿਨ ਭਰ ਆਪਣੇ ਕੰਮਾਂ ਵਿੱਚ ਰੁੱਝੀ ਰਹਿੰਦੀ ਜਾਂ ਪਿਤਾ ਦੇ ਕਮਰੇ ਵਿੱਚ ਮਿਲਦੀ। ਇੱਕ ਸ਼ਾਮ ਉਹ ਮੇਰੇ ਲਈ ਚਾਹ ਬਣਾ ਕੇ ਮੇਰੇ ਕਮਰੇ ਵਿੱਚ ਆਈ। ਉਸ ਸਮੇਂ ਮੇਰਾ ਸਹੁਰਾ ਸ਼ਾਇਦ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਉਸ ਨੂੰ ਅੰਦਰ ਆਉਣ ਲਈ ਕਿਹਾ ਤੇ ਮੈਂ ਆਪਣਾ ਮੋਬਾਈਲ ਇੱਕ ਪਾਸੇ ਰੱਖ ਦਿੱਤਾ। ਉਹ ਬੋਲੀ, ਮੈਂ ਚਾਹ ਲੈ ਆਈ ਸੀ ਤੁਹਾਡੇ ਲਈ। ਮੈਂ ਕਿਹਾ, ਅੱਛਾ, ਚਾਹ ਇੱਥੇ ਰੱਖ ਦਿਓ। ਉਸਨੇ ਚਾਹ ਦੀ ਟਰੇ ਮੇਰੇ ਸਾਹਮਣੇ ਰੱਖ ਦਿੱਤੀ। ਅਮਨ ਨੇ ਕਿਹਾ, ਦੂਜੀ ਚਾਹ ਦਾ ਕੀ ਕਰਾਂ? ਮੈਂ ਇਹ ਚਾਹ ਤੁਹਾਡੇ ਸਹੁਰੇ ਲਈ ਬਣਾਈ ਸੀ, ਪਰ ਉਹ ਘਰ ਨਹੀਂ ਹਨ।
मैं कहा ठीक है, कोई गल नहीं, तू पी लै, सगों तू मेरे कोल बैठ के पी, आपां कुछ गल्लां भी कर लवांगे। मेरी गल सुन के उसदियां अखां विच हंझू आ गए। मैं कहा की होया, रो क्यों रही है? वो कहन लगी कुछ नहीं, इंज ही मैनू अपनी मां दी याद आ गई। तेरी मां कित्थे है? जदों मैं उसनूं पुछया तां उसने कहा कि रब कोल। उसदियां अखां विचों हंझू बहन लगे सन। मैं कहा ते तेरे पिता जी? मेरी गल सुन के कुछ चिर वो चुप रही, फिर उसने कहा मैं अनाथ हाँ। अमन नूं उदास देख के मैं गल बदल दी। मैं कहा मैं 1-2 दिन लई अपनी मां नूं मिलण जा रही हाँ। अमन कहती ठीक है, इसे ਲਈ तुसी बहुत खुश दिखाई दे रहे हो। हाँ, क्योंकि मैं विआह तो बाद दूजी बार अपनी मां नूं मिलण जा रही हाँ। तुसी मैनू भी अपने नाल ले जाओगे? हाँ हाँ, चलो मेरे नाल, मैनू तां खुशी होवेगी जे तू मेरे नाल चलेगी तां। अमन ने कहा ठीक है, फिर मैं तैयार हो जाती हाँ। मेरी गल सुन के वो बहुत खुश हुई। अज मैं उसनूं पहली बार मुस्कुराउंदे देखिया। वो घर का सारा काम जल्दी निपटा के तैयार होने लई अपने कमरे में चली गई। मैं रमन नूं कहा कि मैं अपनी मां नूं मिलण जा रही हाँ ते अमन नूं भी अपने नाल लैके जा रही हाँ। उत्थे जाके वो की करेगी? रमन ने कहा हाँ आरती बेटा, अमन नूं ले जाके की करेगी? मेरे सोहरे ने भी कहा जे पिछे तो कोई काम पै गया तां कौन करेगा? तुसी इकल्ले ही चले जाओ, किसे नूं तां रहण दिओ। पर पिता जी, मेरी गल नूं विचकार कटदे होई रमन ने कहा हुण पिता जी नाल बहस ना कर, तू जा, तेरी मां तेरी उਡੀक कर रही होगी। वो रसोई विच खड़ी सी ते साडियां गल्लां भी सुन रही सी। मैं उस कोल जाके कहा मैनू माफ कर दिओ, मैं तेनू अपने नाल नहीं ले जा सकती। मेरी गल सुन के वो मुस्कुराई अते कहा कोई गल नहीं, तुसी माफी क्यों मंग रहे हो? अमन दे चेहरे ते मुस्कुराहट सी। मैनू बड़ा अजीब लगा कि पहला एक कुड़ी इस घर विच डर डर के रहिंदी सी ते हुण मेरे तो बिना घर विच इकल्ली रहण ते खुश दिखाई दे रही है। मेरे मन विच एक ख्याल आया कि हुण ये तां नहीं कि अमन नूं भी पिता जी नाल रह के मजा आउण लगा होए। रमन कार दे हार्न बाहर लगातार वजा रहा सी। मैं जल्दी बाहर निकली। मां दे घर जाके भी मैनू शांति नहीं मिली। सारी रात मैं चैन नाल सो ना सकी ते अगले दिन सवेरे ही मैं अपने घर वापस आई। जदों मैं घर आई तां घर दी हालत देख के मेरे सिर ते आसमान डिग पिया। अमन बुखार नाल तप रही सी अते मेरा पति रमन उसदे सिर ते ठंडियां पट्टियां रख रहा सी। इस दा मतलब है कि पिता दे नाल हुण रमन ने भी अमन विच दिलचस्पी लेनी शुरू कर दित्ती है। ये सब देख के मैनू बड़ा गुस्सा आया ते मैं कहा यह सब की हो रहा है? तुसी अमन कोल क्यों बैठे हो? अचानक मैनू देख के रमन घबरा गया अते कहण लगा कि इसकी सेहत ठीक नहीं सी। पापा जी भी घर नहीं सन। बुखार बहुत तेज सी, इसलिए मैं उसके मत्थे ते ठंडियां पट्टियां रख रहा सी। पर जिस तरह रमन अखां झुका के गल कर रहा सी, मैनू जरूर दाल विच कुछ काला महसूस होया। इस दौरान रमन मेरे तो अखां चुराउंदा होया बाहर चला गया। मैं थोड़ी जही उच्ची आवाज विच अमन नूं पुछया तेनू की होया अमन? अमन भी शायद डर गई सी। कहण लगी कुछ नहीं, बस मौसमी बुखार है। मैं उसनूं छू के देखा तां उसका शरीर नॉर्मल तापमान ते सी। मैं कहा तेनू तां बुखार बिल्कुल भी नहीं है। अमन ने कहा कि रमन जी काफी देर तो मेरे सिर ते ठंडियां पट्टियां रख रहे सन, जिस कारण बुखार उतर गया है। वो ये कहंदे होए रसोई विच चली गई। एक दिन मैं अमन नूं पुछया जे मैं एक गल पुछां तां मैनू सच सच जवाब दई। अमन ने कहा पुछो। मैं कहा सच दस, तू रोज रात नूं पिता जी दे कमरे विच क्यों जांदी है? आखिरकार वो हर रात नूं तेरे तो किस तरह दा काम करवाउंदा है? मेरी गल सुन के अमन पूरी तरह डर गई। मैं कहा चिंता ना कर, तू मैनू अपनी भैन समझ के सब कुछ दस सकती है। नहीं भैन जी, अजे कुछ भी नहीं। कई बार साहब दे पैरां नूं दबाउणा हुंदा है ते कई बार सिर दी मालिश करनी हुंदी है, इसलिए वो बुला लेंदे ने। यह कह के अमन चली गई। पर मैं सोचा कि मैं सच्चाई पता करके ही रहांगा। बहुत हो गया ये चूहे बिल्ली दा खेल। हुण मैनू रमन ते भी शक होण लगा सी। अगले ही दिन मैनू ये मौका मिल गया। सब्जी कटते हुए अमन दा हाथ जख्मी हो गया सी।
मैं कहा तू कमरे विच जाके आराम कर, जेकर पापा जी नूं कोई कम होवेगा तां मैं उन्हां नूं कह देवांगी कि उसदे हत्थ ते सट लगी है। अमन अपने कमरे विच चली गई। जदों वो खाना खा के वेले होए तां पिता जी अपने कमरे विच जाण लगे अते कहण लगे, आरती पुत्र अजिहा कर, अमन नूं मेरे कमरे विच भेज दे। ठीक है पापा जी। जिवें ही रमन कमरे विच गया मैं जल्दी नाल सारी घर दीयां लाइटां बंद कर दित्तियां ते अमन दी बजाय मैं पापा जी दे कमरे विच चली गई। मैं जानना चाहुंदी सी कि अमन ते पापा जी हर रात कमरे विच इकल्ले की करदे हन। मैं हौली हौली दरवाजा खोलिया। कमरे विच हनेरा सी। चंद दी रोशनी खिड़की राही अंदर आ रही सी, पर इन्नी नहीं सी कि पिता जी मैनू पछाण सकण। दरवाजा खोलदिया ही मैं अंदर चली गई। पिता जी ने कहा, अमन आ गई, अज तेनू इन्नी देर क्यों लग गई? मैं उत्थे खड़ी रही अते अगे नहीं गई। पिता जी ने फिर कहा, अमन शर्मा ना, मेरे कोल आके बैठ। अमन तेरी अजिही आदत पै गई है कि तेरे बिना एक पल भी शांति नहीं मिलती। जदों भी तू मेरे नेड़े हुंदी है तां इंज लगदा है जिवें मेरी जवानी मुड़ परत आई होवे। मेरे सोहरे दी ਇਹ ਗੱਲਾਂ सुन के मेरे होश उड़ गए। इस तो पहला कि मेरा सोहरा मेरे नाल कोई होर गलत हरकत करे, मैं गुस्से नाल कंबदी हुई आवाज विच कहा, पापा जी मैं आरती हाँ। ते उसे गुस्से की हालत विच मैं बाहर आके स्विच छड़ दिता। सारे घर विच रोशनी आ गई। मेरे सोहरे की हालत बिगड़ चुकी सी। वो दौड़दा होया मेरे कोल आया। मैनू अपने सोहरे ते गुस्सा सी। पापा तुहानू शर्म नहीं आउंदी? एक छोटी बच्ची नाल अजिहा गलत काम करदे होए ते तुसी उस छोटी कुड़ी नूं भी नहीं बख्शिया जो तुहाडे तो 3 गुणा छोटी है। मेरिया चीकां सुन के रमन भी कमरे तो बाहर आ गया। मेरे पापा जी तां कुछ नहीं बोल रहे सन, वो सिर्फ अखां नीवियां करके खड़े सन। रमन ने पूछा, की गल है? इन्नी देर रात नूं की हो रहा है? मैं कहा, हाले तां मैं सिर्फ घर विच रौला पा रही हाँ, हुण मैं बाहर जाके भी सारियां नूं दस्सांगी कि तुहाडे प्यो दा चेहरा वासना विच लिपटिया है। हुण मैनूं डर लग रहा है कि इस घर विच मेरी इज्जत सुरक्षित है या नहीं। यह आदमी तां इन्ना वासना नाल भरिया होया है कि यह अपने तो 3 गुणा छोटी कुड़ियां नूं भी नहीं छड्डदा। तां जदों इसनूं मौका मिलेगा कि यह मैनूं छड्ड देवेगा। बस इन्ना कहण दी देर सी कि रमन दा हथ उठिया ते मेरी गल ते निशान पै गया। मैं अपनी गल फड़ी रमन वल देख रही सी। यह किहो जिहा इंसाफ है? जो गलत करे उसका बचाव करो अते सच का साथ देने वाले नूं सजा दो। मैं रोंदी होई ने कहा कि रमन मैं किवें भुल गई कि तू भी इस बाप दा ही पुत है। मैनू लगदा है कि प्यो दे नाल नाल तू भी पूरे मजे लैंदा है। मैं कुछ होर कहंदी उस तो पहला ही रमन ने फिर तो मेरे ते हाथ उठाया, पर इस बार हथ हवा विच ही रोक लिया ते कहा कि आरती जिस गल दी जानकारी ना होए तेनू उस बारे नहीं बोलना चाहिए। तू पूरा सच नहीं जानदी। मैं तेनू दसदा हां सच की है। असल विच अमन दी मां दी मौत हो गई सी। अमन दा पिता एक शराबी अते जुआरी सी अते उसने अमन नू पैसों लई बेच दिता सी। इस तो पहला कि अमन दे पिता उसनू जुआरी दे हवाले कर दे, पिताजी पहुंच गए अते अमन दे पिता नू पैसे दे के अमन नाल एक मंदिर विच विआह करवा लिया अते अमन उन्हां दी पत्नी है। पापा जी किसे काम लई नेड़ले पिंड गए हुए सन। उत्थे ही यह सारा मामला वापरिया जिस विच अमन दे पिता वालों अमन नू जुआरी नू बेचिया गया सी। ਉਹ जुआरी पिंड दे ठाकुर दा भरा सी। ਉਹ ਕਿਸੇ भी कीमत ते अमन नू नहीं छड्डना चाहुंदा सी। उन्हां दा मेरे पिता नाल झगड़ा भी होया सी। पिता जी चाहुंदे सन कि अमन दा विआह पिंड दे ही किसे मुंडे नाल कर दिता जावे तां जो ਉਹ सुरक्षित रहे, पर पिंड दा कोई भी मुंडा उस नाल विआह करन लई तैयार नहीं सी क्योंकि ठाकुर दा पूरे पिंड ते दबदबा सी। पिता जी अमन नू उस पिंड विच नहीं छड्ड सकदे सी अते ना ही एक जवान कुड़ी नू अपने घर विच रख सकदे सी। अमन दी जान बचाउण लई पिता जी ने मजबूरी विच उस नाल पिंड दे मंदिर विच विआह करवा लिया अते पुलिस नू दस्सिया कि ਉਹ लोग मैनू अते मेरी पत्नी नू तंग परेशान कर रहे हैं। भावें पुलिस ठाकर नाल मिली हुई सी, पर जदों पिता जी दा विआह हो गया तां पुलिस कुछ नहीं कर सकी क्योंकि अमन 18 साल पूरे कर चुकी सी अते ਉਹ बालग हो चुकी सी। पापा ने मैनू ਇਹ ਸਾਰੀ घटना दसी अते ਇਹ भी कहा कि तू आरती नू भी
ਸਭ ਕੁਝ ਸਮਝਾ ਦੇਣਾ। ਪਰ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਹਾਲੇ ਆਰਤੀ ਨੂੰ ਕੁਝ ਨਾ ਦੱਸੋ, ਪਹਿਲਾਂ ਆਰਤੀ ਨੂੰ ਸਾਡੇ ਮਾਹੌਲ ਵਿੱਚ ਢਾਲ ਲੈਣ ਦਿਓ, ਉਹ ਸਾਨੂੰ ਥੋੜਾ ਸਮਝ ਲਵੇ, ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਆਰਤੀ ਨੂੰ ਸਭ ਕੁਝ ਦੱਸਾਂਗੇ। ਕਿਉਂਕਿ ਤੂੰ ਨਵਾਂ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ ਸੀ ਅਤੇ ਫਿਰ ਪਤਾ ਨਹੀਂ ਤੂੰ ਸਾਡੇ ਬਾਰੇ ਕੀ ਸੋਚਦੀ। ਤੁਸੀਂ ਸ਼ਾਇਦ ਸੋਚਦੇ ਕਿ ਅਸੀਂ ਝੂਠ ਬੋਲ ਰਹੇ ਹਾਂ। ਰਮਨ ਦੀਆਂ ਗੱਲਾਂ ਸੁਣ ਕੇ ਸ਼ਰਮ ਨਾਲ ਮੇਰੀਆਂ ਅੱਖਾਂ ਝੁਕ ਗਈਆਂ। ਮੈਂ ਕੁਝ ਬੋਲ ਨਾ ਸਕੀ। ਮੈਂ ਰਮਨ ਅਤੇ ਮੇਰੇ ਸਹੁਰੇ ਨਾਲ ਅੱਖਾਂ ਨਹੀਂ ਮਿਲਾ ਪਾ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਅਤੇ ਮੈਂ ਕਿਹਾ ਕਿ ਰਮਨ ਮੈਨੂੰ ਮਾਫ ਕਰ ਦੇ। ਰਮਨ ਬੋਲੇ, ਮਾਫੀ ਮੇਰੇ ਤੋਂ ਨਹੀਂ, ਪਿਤਾ ਜੀ ਤੋਂ ਮੰਗੋ। ਮੈਂ ਪਿਤਾ ਜੀ ਤੋਂ ਮਾਫੀ ਮੰਗੀ। ਮੇਰਾ ਸਹੁਰਾ ਬਹੁਤ ਚੰਗਾ ਇਨਸਾਨ ਸੀ। ਉਸਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਾਫ ਕਰ ਦਿੱਤਾ। ਜਿਵੇਂ ਹੀ ਮੇਰੇ ਸਹੁਰੇ ਨੇ ਮੈਨੂੰ ਮਾਫ ਕੀਤਾ, ਰਮਨ ਨੇ ਵੀ ਮੈਨੂੰ ਮਾਫ ਕਰ ਦਿੱਤਾ। ਰਮਨ ਨੇ ਕਿਹਾ, ਇਸੇ ਲਈ ਕਹਿੰਦੇ ਹਨ ਕਿ ਬਿਨਾਂ ਪੂਰੀ ਗੱਲ ਜਾਣੇ ਕੋਈ ਫੈਸਲਾ ਨਾ ਲਿਓ, ਨਹੀਂ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ। ਰਮਨ ਅਤੇ ਪਾਪਾ ਜੀ ਆਪੋ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਮੈਂ ਵੀ ਉੱਠ ਕੇ ਅਮਨ ਦੇ ਕਮਰੇ ਵਿੱਚ ਚਲੀ ਗਈ। ਅਮਨ ਸੋ ਗਈ ਸੀ। ਮੈਂ ਅਮਨ ਕੋਲ ਬੈਠ ਗਈ ਅਤੇ ਉਸ ਦਾ ਹੱਥ ਆਪਣੇ ਹੱਥ ਵਿੱਚ ਲੈਂਦਿਆਂ ਕਿਹਾ, ਅਮਨ ਮੈਨੂੰ ਮਾਫ ਕਰ ਦੇ, ਮੈਂ ਤੈਨੂੰ ਵੀ ਗਲਤ ਸਮਝਿਆ। ਅਮਨ ਝੱਟ ਉੱਠ ਕੇ ਬੈਠ ਗਈ। ਅਮਨ ਮੇਰੇ ਵੱਲ ਨਾ ਸਮਝੀ ਨਾਲ ਦੇਖਣ ਲੱਗੀ। ਸ਼ਰਮਿੰਦਾ ਹੋ ਕੇ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਅਮਨ ਮੁਸਕਰਾਈ ਅਤੇ ਕਹਿਣ ਲੱਗੀ, ਮੈਂ ਜਾਣਦੀ ਸੀ ਕਿ ਤੁਸੀਂ ਮੇਰੇ ਅਤੇ ਆਪਣੇ ਸਹੁਰੇ ਬਾਰੇ ਕੀ ਸੋਚਦੇ ਹੋ, ਪਰ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ। ਤੁਹਾਨੂੰ ਮੇਰੇ ਤੋਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ, ਕਿਉਂਕਿ ਅਜੇ ਹਾਲਾਤਾਂ ਵਿੱਚ ਤੁਹਾਡਾ ਸ਼ੱਕੀ ਹੋਣਾ ਸਹੀ ਸੀ। ਮੈਂ ਅਮਨ ਨੂੰ ਪੁੱਛਿਆ, ਅਮਨ ਫਿਰ ਤੂੰ ਇੰਨੀ ਡਰੀ ਕਿਉਂ ਰਹਿੰਦੀ ਸੀ? ਅਮਨ ਕਹਿਣ ਲੱਗੀ, ਮੈਨੂੰ ਡਰ ਸੀ ਕਿ ਕਿਤੇ ਇਹ ਘਰ ਵੀ ਮੇਰੇ ਕੋਲੋਂ ਖੋ ਨਾ ਜਾਵੇ। ਮੁੜ ਆਪਣੇ ਪਿਤਾ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਇੱਥੇ ਬਹੁਤ ਖੁਸ਼ ਹਾਂ। ਮੈਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਤੇਰਾ ਸਹੁਰਾ ਵੀ ਮੇਰਾ ਬਹੁਤ ਖਿਆਲ ਰੱਖਦਾ ਹੈ ਅਤੇ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਚੰਗਾ ਤੇ ਪਿਆਰ ਕਰਨ ਵਾਲਾ ਜੀਵਨ ਸਾਥੀ ਮਿਲੇਗਾ। ਮੇਰਾ ਮੰਨਣਾ ਹੈ ਕਿ ਉਹ ਮੇਰੇ ਤੋਂ ਵੱਡਾ ਹੈ, ਪਰ ਜਦੋਂ ਮਨ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਤਾਂ ਉਮਰ ਦੇ ਫਾਸਲੇ ਆਪਣੇ ਆਪ ਮਿਟ ਜਾਂਦੇ ਹਨ। ਜਦੋਂ ਵੀ ਮੈਂ ਤੇਰੇ ਸਹੁਰੇ ਦੇ ਕਮਰੇ ਵਿੱਚ ਜਾਂਦੀ ਸੀ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ। ਕਦੇ-ਕਦੇ ਉਹ ਹੰਝੂ ਖੁਸ਼ੀ ਦੇ ਹੁੰਦੇ ਸਨ ਤੇ ਕਦੇ-ਕਦੇ ਉਦਾਸੀ ਦੇ ਇਸ ਲਈ ਕਿਉਂਕਿ ਮੈਨੂੰ ਆਪਣੇ ਪਿਤਾ ਦੇ ਕਾਲੇ ਕਾਰਨਾਮੇ ਯਾਦ ਆ ਜਾਂਦੇ ਸਨ। ਕਈ ਵਾਰ ਮੈਂ ਮਾਂ ਨੂੰ ਯਾਦ ਕਰਕੇ ਰੋਣ ਲੱਗ ਪੈਂਦੀ ਸੀ, ਪਰ ਤੇਰੇ ਸਹੁਰੇ ਨੇ ਮੇਰਾ ਬਹੁਤ ਸਾਥ ਦਿੱਤਾ। ਉਸਨੇ ਮੇਰੀਆਂ ਸਾਰੀਆਂ ਬੁਰੀਆਂ ਯਾਦਾਂ ਨੂੰ ਮੇਰੇ ਦਿਲ ਅਤੇ ਦਿਮਾਗ ਤੋਂ ਹਟਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ। ਉਹ ਬਹੁਤ ਚੰਗੇ ਹਨ। ਉਹ ਮੇਰੇ ਲਈ ਦੇਵਤਾ ਵਰਗੇ ਹਨ। ਇਸੇ ਲਈ ਸ਼ਾਇਦ ਮੇਰਾ ਰੋਂਦਾ ਚਿਹਰਾ ਦੇਖ ਕੇ ਤੁਸੀਂ ਸੋਚਿਆ ਹੋਵੇਗਾ ਕਿ ਮੈਂ ਇੱਥੇ ਹਮੇਸ਼ਾ ਉਦਾਸ, ਪਰੇਸ਼ਾਨ ਅਤੇ ਹਰ ਸਮੇਂ ਰੋਂਦੀ ਰਹਿੰਦੀ ਹਾਂ। ਅਮਨ ਦਾ ਦਿਲ ਮੇਰੇ ਲਈ ਮਾੜਾ ਨਹੀਂ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ। ਅਸੀਂ ਦੋਵੇਂ ਨੂੰਹ ਸੱਸ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿਣ ਲੱਗ ਪਈਆਂ। ਉਸਨੇ ਖੁਦ ਹੀ ਮੈਨੂੰ ਇਨਕਾਰ ਕਰ ਦਿੱਤਾ ਸੀ ਕਿ ਤੁਸੀਂ ਮੈਨੂੰ ਸੱਸ ਨਹੀਂ ਆਖਣਾ। ਅਸੀਂ ਦੋਵੇਂ ਦੋਸਤਾਂ ਵਾਂਗ ਰਹਿਣ ਲੱਗੇ। ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਕੀਤੀਆਂ, ਪਰ ਅਸੀਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਜੇਕਰ ਲੋਕਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਨਹੀਂ ਜੀ ਸਕਾਂਗੇ। ਬਸ ਲੋਕਾਂ ਦੀਆਂ ਗੱਲਾਂ ਵਿੱਚ ਫਸੇ ਰਹਿ ਜਾਵਾਂਗੇ। ਇਸ ਲਈ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜੀਓ। ਲੋਕਾਂ ਦੀ ਗੱਲਾਂ ਦੀ ਪਰਵਾਹ ਕਰਨੀ ਛੱਡ ਦਿਓ। ਅੱਜ ਸਾਡਾ ਪਰਿਵਾਰ ਇੱਕ ਹੈ ਤੇ ਇੱਕ ਖੁਸ਼ਹਾਲ ਪਰਿਵਾਰ ਹੈ। ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਆਰਤੀ ਦੇ ਸਹੁਰੇ ਨੇ ਅਮਨ ਨਾਲ ਜੋ ਕੀਤਾ ਸਹੀ ਸੀ ਜਾਂ ਗਲਤ?